ਦੀਪ ਸਿੱਧੂ ਹੋਰ ਕਿਸਾਨ ਲੀਡਰ ਬਹੁਤ ਸਾਰੇ ਹੈਗੇ ਆ। ਦੀਪ ਸਿੱਧੂ ਇੱਕ ਅਚਾਨਕ ਖੜੇ ਕੀਤੇ ਗਏ ਲੀਡਰ ਆ, ਉਹਨਾਂ ਨੂੰ ਇੱਕ ਸਿੰਬਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਉਹ ਆ ਜਾਂਦੇ ਆ ਤੇ ਚਲੋ ਕੋਈ ਮਾੜੀ ਗੱਲ ਵੀ ਨਹੀਂ ਹੈ, ਪਰ ਉਹਨਾਂ ਨੂੰ ਦੇਖੋ ਜੋ ਜਿੰਨੀ ਵੱਡੀ ਉਦੋਂ 25 ਜਨਵਰੀ ਦੀ ਰਾਤ ਨੂੰ ਸਾਰਾ ਕੁਝ ਹਾਂ ਉਹ ਕਰਕੇ ਬਹੁਤ ਵੱਡੀ ਗੱਲ ਆ। ਉਹਨਾਂ 'ਚ ਬਹੁਤ ਗੁੱਸਾ, ਕਿਸਾਨ ਲੀਡਰਾਂ 'ਚ ਬਹੁਤ ਜ਼ਿਆਦਾ ਨਿਰਾਸ਼ਤਾ ਹੀ ਨਹੀਂ, ਇਹਨਾਂ ਪ੍ਰਤੀ ਗੁੱਸਾ ਆ ਕਿ ਇੰਜ ਕਿਉਂ ਕੀਤਾ, ਇਹਨਾਂ ਸਾਡੇ ਰੋਕਣ ਦੇ ਬਾਵਜੂਦ ਕੀਤਾ। ਇਹ ਕਹਿ ਰਿਹਾ ਸੀਗਾ ਲੈ ਜੇ ਤਿੰਨ ਮੰਗਾਂ ਮੰਨੀਆਂ ਵੀ ਜਾਂਦੀਆਂ ਜਿਹੜੇ ਕਾਲੇ ਕਾਨੂੰਨ ਕਹਿੰਦੇ, ਫਿਰ ਪੰਜਾਬ ਦਾ ਮਸਲਾ ਹੱਲ ਹੋ ਜੂ, ਫਿਰ ਸਾਡੇ ਮਸਲੇ ਹੱਲ ਹੋ ਜਾਣਗੇ। ਸਾਡੇ ਮਸਲੇ ਇਹਦੇ ਨਾਲ ਇੱਥੇ ਤੱਕ ਹੱਲ ਨਹੀਂ ਹੋਣੇ। ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਰੋਜ਼ ਕਾਲਾਂ ਆਉਂਦੀਆਂ ਸੀ ਕਿ ਸ਼ੰਭੂ ਮੋਰਚੇ ਬਾਰੇ ਗੱਲ ਕਰੋ। ਸ਼ੰਭੂ, ਉਹ ਮੈਂ ਕਿਹਾ ਕੱਖ ਨਹੀਂ, ਉੱਥੇ ਤੰਬੂ ਮੋਰਚਾ ਆਇਆ, ਸ਼ੰਭੂ ਮੋਰਚਾ ਨਹੀਂ, ਇੱਕ ਛੋਟਾ ਜਿਹਾ ਤੰਬੂ ਲਾਇਆ। ਕਾਨੂੰ ਇੰਨਾ ਵੱਡਾ ਇਸ ਨੂੰ ਇੱਕ ਮਿਸਟਰੀ ਬਣਾਇਆ, ਕੋਈ ਬੱਬਰ ਸ਼ੇਰ ਥੋੜੀ ਬਾਹਰ ਹੋ ਜਾਣਾ ਕਿ ਲੋਕਾਂ ਨੂੰ ਆਪੋ ਆਪਣੇ ਘਰਾਂ 'ਚ ਦਰਵਾਜ਼ੇ ਮਾਰ ਲੈਣੇ ਚਾਹੀਦੇ। ਕਿਸਾਨ ਲੀਡਰ ਇਹ ਬਾਰ-ਬਾਰ ਕਹਿ ਰਹੇ ਸੀ ਕਿ ਆਪਾਂ ਕਲੈਸ਼ ਨਹੀਂ ਕਰਨਾ, ਅਸੀਂ ਜੇ ਸਾਨੂੰ ਬੈਠਣ ਦੀ ਇੱਥੇ ਲੋੜ ਹੈ ਤੇ ਬੈਠ ਜਾਵਾਂਗੇ। ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਕਿ ਦੀਪ ਸਿੱਧੂ 26 ਜਨਵਰੀ ਦੇ ਜਿਹੜੇ ਹਿੰਸਾ ਦੇ ਆਰੋਪ ਉਹਨਾਂ ਤੇ ਲੱਗੇ ਸੀਗੇ, ਉਹਨਾਂ ਨੂੰ ਬੇਲ ਜਿਹੜੀ ਹੈ ਮਿਲ ਚੁੱਕੀ ਹੈ। ਸ਼ਾਮ ਨੂੰ ਕਿਸੇ ਵੀ ਵਕਤ ਜੇਲ੍ਹ ਤੋਂ ਬਾਹਰ ਆ ਸਕਦੇ ਨੇ। ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤੇ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰ ਲੈਂਦੇ ਆ ਕਿਸ ਤਰ੍ਹਾਂ ਸੋਚਦੇ ਨੇ। ਮਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਦੀਪ ਸਿੱਧੂ ਨੂੰ ਬੇਲ ਮਿਲ ਰਹੀ ਹੈ, ਕੀ ਸੋਚਦੇ ਹੋ? ਨਹੀਂ, ਬਹੁਤ ਚੰਗੀ ਗੱਲ ਆ। ਬੇਲ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਉਹ ਬੇਲ ਮਿਲੀ ਹੈ, ਅਤੇ ਕਿਉਂਕਿ ਕੋਈ ਸੰਗੀਨ ਕੇਸ ਤੇ ਉਹਨਾਂ 'ਤੇ ਫਰੇਮ ਹੋਇਆ ਨਹੀਂ। ਜੋ ਕੇਸ ਪ੍ਰਧਾਨ ਮੰਤਰੀ ਕਹਿ ਰਹੇ ਸੀਗੇ ਕਿ ਬਣਦੇ ਆ ਵੀ ਉੱਥੇ ਤਿਰੰਗੇ ਦੀ ਬੇਅਦਬੀ ਹੋਈ ਆ, ਉਹੋ ਜਿਹਾ ਕੇਸ ਤਾਂ ਕੁਛ ਉੱਥੇ ਦਿਖਿਆ ਨਹੀਂ, ਅਤੇ ਇਸ ਕਰਕੇ ਉਹਨਾਂ ਨੇ ਬਾਹਰ ਤੇ ਆ ਜਾਣਾ ਸੀ, ਛੇਤੀ ਆ ਜਾਣਾ ਚਾਹੀਦਾ ਸੀ। ਚਲੋ ਦੇਰ ਆਏ ਅਤੇ ਆ ਗਏ ਤਾਂ ਵਧੀਆ ਹੈ, ਵੈਲਕਮ ਆ। ਤੇ ਵੱਡੇ ਸਵਾਲ ਉੱਠਦੇ ਆ, ਸੰਯੁਕਤ ਕਿਸਾਨ ਮੋਰਚਾ ਸਿੰਘੂ ਬਾਰਡਰ ਤੇ ਵਾਪਸੀ ਉਹਨਾਂ ਦੀ ਹੋ ਸਕਦੀ ਹੈ, ਕਿਉਂਕਿ ਬਿਆਨ ਕਾਫੀ ਆ ਰਹੇ ਸੀਗੇ। ਦੇਖੋ ਇਹ ਗੱਲ ਡਿਪੈਂਡ ਕਰਦਾ ਉਹਨਾਂ ਦੇ ਆਪਣੇ ਕੰਡਕਟ 'ਤੇ ਕਿ ਉਹ ਕੀ ਇਸ ਤੋਂ ਕੁਝ ਜਿਹੜਾ ਸਿੰਘੂ ਮੋਰਚਾ ਹੋਏ ਜਾਂ ਕਿਸਾਨਾਂ ਦੀ ਸਾਰੀ ਮੂਵਮੈਂਟ ਆ, ਉਸ ਨੂੰ ਸਿੱਖੀ ਦਾ ਕੋਈ ਇਸ਼ੂ ਬਣਾਉਣਾ ਚਾਹੁੰਦੇ ਆ, ਭਾਵੇਂ ਕੋਈ ਪੰਜਾਬੀਅਤ ਦਾ ਇਸ਼ੂ ਬਣਾਉਣਾ ਚਾਹੁੰਦੇ ਆ, ਜਾਂ ਉਹ ਕਿਸਾਨ ਮਸਲਿਆਂ ਦਾ ਜਿਹਦੇ ਵਿੱਚ ਸਮੁੱਚੀ ਜਨਤਾ ਇਸ ਵੇਲੇ ਚਿੰਤਤ ਵੀ ਹੈ ਅਤੇ ਆਪਣੀ ਕੰਟਰੀਬਿਊਸ਼ਨ ਵੀ ਕਰ ਰਹੀ ਹੈ, ਲਗਾਤਾਰ ਮਿਹਨਤ ਵੀ ਕਰ ਰਹੇ ਹੈ, ਕਿ ਜਾਂ ਫਿਰ ਉਹਨਾਂ ਨੇ ਉਹਨਾਂ ਦੇ ਨਾਲ ਸ਼ਾਮਲ ਹੋ ਕੇ ਉਹਨਾਂ ਦੀ ਪਿੱਠ ਪਿੱਛੇ ਖੜ੍ਹੇ ਹੋਣਾ। ਇਹ ਉਹਨਾਂ ਨੇ ਫੈਸਲਾ ਕਰਨਾ। ਜੇ ਉਹ ਇਹ ਫੈਸਲਾ ਕਰਦੇ ਆ ਕਿ ਆਪਣਾ ਪੁਰਾਣਾ ਜੇ ਉਹ ਉੱਧਰ ਨੂੰ ਜ਼ਬਰਦਸਤੀ ਲੈ ਜਾਣਾ ਜਾਂ ਰਿੰਗ ਰੋਡ ਵੱਲ ਜਾ ਕੇ ਅਤੇ ਲਾਲ ਕਿਲ੍ਹੇ ਵੱਲ ਚਲੇ ਜਾਣਾ, ਡਾਈਗਰੈਸ ਕਰ ਜਾਣਾ ਵਿੱਚੋਂ ਫੈਸਲੇ ਤੋਂ। ਗੱਲ ਤੁਸੀਂ ਕਰ ਰਹੇ ਹੋ ਤੇ ਰਿੰਗ ਰੋਡ ਦੇ ਵਿੱਚ ਦੀਪ ਸਿੱਧੂ ਦਾ ਕਿੱਥੇ ਦਿਖਿਆ ਨਹੀਂ, ਕਿਉਂਕਿ ਲੱਖਾ ਸਦਾਣਾ, ਪੰਨੂ ਉਹ ਅੱਗੇ ਸੀਗੇ, ਗੱਡੀ ਦੇ ਵਿੱਚ ਖੜੇ ਸੀਗੇ, ਤੇ ਦੀਪ ਸਿੱਧੂ ਰਸਤੇ ਦੇ ਵਿੱਚ ਕਿਤੇ ਨਹੀਂ ਦਿਖਦੇ। ਦੀਪ ਸਿੱਧੂ ਦਿਖਦੇ ਆ ਤਾਂ ਫਿਰ ਲਾਲ ਕਿਲ੍ਹੇ ਦੇ ਵਿੱਚ ਦਿਖਦੇ ਆ। ਹੋ ਸਕਦਾ ਉਹ ਜਾਂ ਤਾਂ ਪਹਿਲਾਂ ਗਏ ਹੋਣਗੇ, ਫਿਰ ਇਹ ਤਾਂ ਹੋ ਨਹੀਂ ਸਕਦਾ ਕਿ ਹੈਲੀਕਾਪਟਰ ਰਾਹੀਂ ਉੱਥੇ ਡਰੋਪ ਹੋ ਗਏ ਜਾਂ ਇੱਕ ਦਿਨ ਪਹਿਲਾਂ ਉੱਥੇ ਜਾ ਸਕਦੇ ਆ। ਕੋਈ ਮੈਨੂੰ ਇਹਦੇ ਬਾਰੇ ਮੈਂ ਨਾ ਤਹਿਕੀਕਾਤ ਕੀਤੀ ਹੈ, ਨਾ ਮੈਂ ਇਹਨਾਂ ਗੱਲਾਂ ਨੂੰ ਬਹੁਤ ਕੋਈ ਉਸ ਕਿਸਮ ਦੀ ਮਹੱਤਤਾ ਦਿੰਦਾ। ਦੀਪ ਸਿੱਧੂ ਹੋਰ ਕਿਸਾਨ ਲੀਡਰ ਬਹੁਤ ਸਾਰੇ ਹੈਗੇ ਆ। ਦੀਪ ਸਿੱਧੂ ਇੱਕ ਅਚਾਨਕ ਖੜੇ ਕੀਤੇ ਗਏ ਲੀਡਰ ਆ, ਉਹਨਾਂ ਨੂੰ ਇੱਕ ਸਿੰਬਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਥੋੜ੍ਹਾ ਜਿਹਾ ਇਸ ਗੱਲ 'ਚ ਸਮਝਣ 'ਚ ਦਿੱਕਤ ਆਉਂਦੀ ਹੈ ਕਿ ਕੋਈ ਬੰਦਾ ਫਿਲਮਾਂ ਬਣਾ ਰਿਹਾ ਆ, ਫਿਰ ਉਹ ਸੰਨੀ ਦਿਓਲ ਦੀਆਂ ਉੱਥੇ ਪ੍ਰਚਾਰ ਕਰ ਰਿਹਾ, ਫੋਟੋਆਂ ਮੋਦੀ ਜੀ ਨਾਲ ਆਉਂਦੀਆਂ, ਕਿਸਾਨਾਂ ਦਾ ਸਾਰਾ ਮੋਰਚਾ ਮੋਦੀ ਜੀ ਦੇ ਵਿਰੁੱਧ ਹੈਗਾ। ਇਹ ਉਸੇ ਪਲੇਟਫਾਰਮ ਤੋਂ ਹੀਰੋ ਬਣਨਾ ਚਾਹੁੰਦੇ ਆ। ਹੁਣ ਇਹ ਕਿੱਦਾਂ ਸਾਰਾ ਕੁਝ ਸ਼ਾਮਲ ਹੋ ਜੂ, ਕਿੱਦਾਂ, ਜਦ ਤੱਕ ਇਹ ਗੱਲਾਂ ਲੋਕਾਂ ਨੂੰ ਪੂਰੀਆਂ ਕਲੀਅਰ ਨਹੀਂ ਹੁੰਦੀਆਂ ਕਿ ਇੱਕ ਪਾਸੇ ਤੁਸੀਂ ਸਿੱਖੀ ਮਸਲਿਆਂ ਨਾਲ ਖੜ੍ਹਦੇ ਆ, BJP ਦਾ ਅਤੇ RSS ਦਾ ਘੱਟ ਗਿਣਤੀਆਂ ਪ੍ਰਤੀ ਜੋ ਵੀ ਐਟੀਚਿਊਡ ਆ ਤੁਸੀਂ ਸਾਫ਼ ਜਾਣਦੇ ਹੀ ਆ, ਕਿਵੇਂ ਉਹ ਉਹਨਾਂ ਨੂੰ ਕੁਚਲਣਾ ਚਾਹੁੰਦੇ ਆ, ਦਰਕਨਾਰ ਕਰਕੇ ਆਪਣਾ ਰਾਜਨੀਤਿਕ ਰੋਟੀਆਂ ਸੇਕਦੇ ਆ। ਜੇ ਇਹ ਗੱਲ ਆ ਤਾਂ ਫਿਰ ਤੁਸੀਂ ਸਿੱਖੀ ਦੇ ਮਾਮਲੇ 'ਚ ਵੀ ਕਿਵੇਂ ਮਤਲਬ ਆਪਣੀ ਇੰਨੀ ਵੱਡੀ ਗੁਰਜ ਲੈ ਕੇ ਖੜ੍ਹੇ ਹੋ ਸਕਦੇ ਆ। ਇਹ ਕਾਫੀ ਇਹੋ ਜਿਹੇ ਮਸਲੇ ਆ। ਮੇਰਾ ਖਿਆਲ ਆ ਜੇ ਉਹ ਇਸ ਗੱਲ ਦੀਆਂ ਉਲਝਣਾਂ 'ਚੋਂ ਨਿਕਲ ਕੇ ਇਕੱਲਾ ਇੰਝ ਨਹੀਂ ਲੋਕ ਕਿ
ਇਹ ਲੋਕ ਕਹਿੰਦੇ ਹੁੰਦੇ ਕਿ ਮੈਂ ਕੱਲ ਕੁਛ ਸੀ, ਪਰਸੋਂ ਕੁਛ, ਚੌਥੇ ਕੁਛ, ਜਿਵੇਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਕਰਦੇ। ਅੱਜ ਇੱਕ ਪਾਰਟੀ ਦੀ ਟੋਪੀ ਪਾ ਲਈ ਤੇ ਸ਼ਾਮ ਨੂੰ ਦੂਜੇ ਦੀ ਪਾ ਲਈ, ਪਰਸੋਂ ਤੀਜੇ ਦੀ ਪਾ ਲਈ। ਲੋਕਾਂ ਦੇ ਵਿੱਚ ਜੇ ਕੋਈ ਤੁਸੀਂ ਲੋਕ ਮੂਵਮੈਂਟ ਕਰਨੀ ਆ, ਲੋਕਾਂ ਦੇ ਹੀਰੋ ਬਣਨਾ, ਲੋਕਾਂ ਦਾ ਭਰੋਸਾ ਜਿੱਤਣਾ, ਤਾਂ ਫਿਰ ਲਗਾਤਾਰ ਕਿਸੇ ਮੁੱਦਿਆਂ ਦੇ ਉੱਤੇ ਖੜੇ ਹੋਣਾ ਪਊ। ਜੋ ਵੀ ਉਹਨਾਂ ਨੇ ਕਰਨਾ, ਦੋ ਹੀ ਤਰੀਕੇ ਆ। ਜਾਂ ਤਾਂ ਕਿਸਾਨਾਂ ਦੀ ਸੇਵਾ ਵਿੱਚ ਉਹਨਾਂ ਨੂੰ ਆਪਾਂ ਉਹਨਾਂ ਦੀ ਇੰਨੇ ਵੱਡੇ ਇਕੱਠ ਨੂੰ ਨਤਮਸਤਕ ਹੋ ਕੇ ਕਹੀਏ ਕਿ ਸਾਨੂੰ ਸੇਵਾ ਲਾਓ, ਜੋ ਕਹੋਗੇ ਤੁਹਾਡੇ ਹੁਕਮ ਮੁਤਾਬਕ ਚੱਲਾਂਗੇ। ਪਿੱਛੇ ਜੋ ਹੋਇਆ ਉਹ ਸਾਡੀਆਂ ਗਲਤੀਆਂ ਸੀ। ਅੱਗੇ ਲੱਖੇ ਸਿਧਾਣੇ ਨੂੰ ਵੀ ਇੰਝ ਮਨਾਇਆ ਹੀ ਆ, ਇਸ ਗੱਲ ਦਾ ਮੰਨਿਆ ਹੀ ਉਹਨਾਂ ਨੇ, ਉਹ ਕਮੇਟੀ ਕੋਈ ਬਣਾਈ ਸੀ। ਪਰ ਕੁਝ ਸਵਾਲ ਇਹ ਉੱਠਦੇ ਆ, ਕਹਿ ਰਹੇ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਸੋਚ 'ਤੇ ਕਾਫੀ ਫਰਕ ਹੈ। ਤੇ ਦੂਜੀ ਗੱਲ ਇਹ ਹੈ, 26 ਜਨਵਰੀ ਦੀ ਤੁਸੀਂ ਗੱਲ ਕੀਤੀ ਹੈ ਤੇ 26 ਨਵੰਬਰ ਦੀ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ। ਤੇ 26 ਨਵੰਬਰ ਨੂੰ ਵੀ ਦੀਪ ਸਿੱਧੂ ਸਭ ਤੋਂ ਪਹਿਲਾਂ ਦਿੱਲੀ ਪਹੁੰਚਦੇ ਆ, ਕੁੰਡਲੀ ਬਾਰਡਰ ਤੇ ਪਹਿਲੇ ਸੋਨੀਪਤ ਪਹੁੰਚਦੇ ਆ, ਸਭ ਤੋਂ ਪਹਿਲਾਂ ਤੇ ਕੁੰਡਲੀ ਬਾਰਡਰ ਪਹੁੰਚਦੇ ਆ, ਉਸ ਤੋਂ ਬਾਅਦ ਲਾਈਵ ਵੀ ਹੁੰਦੇ ਆ, ਉਸ ਤੋਂ ਬਾਅਦ ਬੰਗਲਾ ਸਾਹਿਬ ਵੀ ਜਾਂਦੇ ਆ। ਤੇ ਕਹਿੰਦੇ ਆ ਕਿ ਕੋਈ ਗੱਡੀ ਉਹਨਾਂ ਨੂੰ ਪੁਲਿਸ ਦੀ ਐਸਕੋਰਟ ਕਰਕੇ ਅੱਗੇ ਅੱਗੇ ਲੈ ਕੇ ਗਈ ਸੀ। ਤੇ ਉਸ ਗੱਲ 'ਚ ਕਿੰਨੀ ਸੱਚਾਈ ਦੇਖਦੇ ਹੋ, ਉਸ ਗੱਲ ਨੂੰ ਕਿੱਦਾਂ ਸੋਚਦੇ ਹੋ ਕਿ 26 ਨਵੰਬਰ ਦੀ ਜਿਹੜੀ ਕਾਲ ਸੀਗੀ ਤੇ ਸਭ ਤੋਂ ਪਹਿਲਾਂ ਦੀਪ ਸਿੱਧੂ ਉੱਥੇ ਪਹੁੰਚਦੇ? ਦੇਖੋ, ਇਹ ਬੜੀ ਹੈਰਾਨੀ ਦੀ ਗੱਲ ਆ ਕਿ ਉਹਨਾਂ ਨੇ ਸ਼ੰਭੂ ਮੋਰਚਾ ਲਾਇਆ ਹੋਇਆ ਸੀ। ਉਹ 4 ਅਕਤੂਬਰ ਤੋਂ, ਫਿਰ 14 ਸਤੰਬਰ ਤੋਂ ਹੁੰਦੇ ਆ ਪਹਿਲੀ ਕਾਨਫਰੰਸ। ਸੁਣੋ ਨਾ, 4 ਅਕਤੂਬਰ ਤੋਂ ਉੱਥੇ ਬੈਠ ਗਏ ਤੇ ਕਹਿੰਦੇ ਸੀ ਵੀ ਅਸੀਂ ਉੱਥੋਂ ਆਲ ਇੰਡੀਆ ਨੂੰ ਦਿਖਣਾ ਚਾਹੁੰਦੇ ਆ। ਮਸਲਾ ਹੀ ਐਡਾ ਵੱਡਾ ਕਿ ਅਸੀਂ ਮੋਰਚਾ ਸ਼ੰਭੂ ਦੇ ਬਾਰਡਰ ਤੇ ਤਾਂ ਲਾ ਰਹੇ ਹਾਂ ਕਿ ਸਾਰੀ ਦੇਸ਼ ਦੁਨੀਆ ਸਾਨੂੰ ਦੇਖੇ। ਬੜੀ ਸੋਹਣੀ ਗੱਲ ਆ। ਜਿਸ ਦਿਨ ਉੱਥੇ ਸਾਰੀ ਜਨਤਾ ਖੜੀ ਸੀਗੀ ਔਰ ਟੀਅਰ ਗੈਸ ਸੈੱਲ, ਅਸੀਂ ਤਾਂ ਖੜੇ ਸੀਗੇ ਉੱਥੇ 26 ਤਰੀਕ ਨੂੰ, ਇਹ ਕਿਤੇ ਦੇਖ ਹੀ ਨਹੀਂ ਸੀ ਰਹੇ। ਇਹ ਮਹਾਰਾਜ ਜੀ ਨੌਜਵਾਨ ਇਹਨਾਂ ਦੇ ਬੰਦਿਆਂ ਨੇ ਸਾਨੂੰ ਦੱਸਿਆ 11 ਵਜੇ ਬਾਹਰ ਨਿਕਲ ਕੇ ਆਪਣੇ ਉਹ ਇੱਕ ਲਾਗੇ ਹੀ ਰੈਸਟੋਰੈਂਟ ਆ ਉੱਥੋਂ ਤੇ ਫਿਰ ਆਏ ਆ। ਜਦੋਂ ਸਾਰਾ ਉਹ ਅੱਗੇ ਬੈਰੀਅਰ ਤੋੜ ਕੇ ਲੋਕ ਜਾਂ ਉਹਨੂੰ ਪਾਸ ਕਰਕੇ ਧੱਕੇ ਨਾਲ ਨਿਕਲ ਗਏ ਤੇ ਸਾਰਾ ਕੁਝ ਜਾਣ ਤੋਂ ਬਾਅਦ ਫਿਰ ਆਏ। ਫਿਰ ਕੁਦਰਤੀ ਆ, ਟਰੈਕਟਰਾਂ ਦੀ ਸਪੀਡ ਆਪਣੀ ਆ ਤੇ ਗੱਡੀ ਦੀ ਸਪੀਡ ਆਪਣੀ ਆ। ਫਿਰ ਗੱਡੀ 'ਚ ਬਹਿ ਕੇ ਅੱਗੇ ਤੇ ਜਾ ਹੀ ਸਕਦੇ ਆ ਕੁੰਡਲੀ ਬਾਰਡਰ 'ਤੇ, ਹਵਾਈ ਜਹਾਜ਼ ਹੋਰ ਵੀ ਬੰਦਾ ਤੇਜ਼ ਜਾ ਸਕਦਾ। ਇਸ ਲਈ ਇਹ ਜਿਹੜੀਆਂ ਗੱਲਾਂ ਨਾ ਸਾਰੀਆਂ ਕਿ ਜਦੋਂ ਸਿੱਧੀ ਲੜਾਈ ਹੋ ਰਹੀ ਹੈ, ਜਿੱਥੇ ਪ੍ਰੋਫੈਸਰ ਖੜੇ ਸੀ, ਸਟੂਡੈਂਟ ਖੜੇ ਸੀ, ਅਸੀਂ ਸਾਰੇ ਸੀ, ਚਿੰਤਤ ਵੀ ਸੀ ਕਿ ਕੋਈ ਅੱਜ ਗੋਲੀ ਗਾਲੀ ਨਾ ਚੱਲ ਜੇ। ਔਰ ਜਿੱਥੇ ਕਿਸਾਨ ਲੀਡਰ ਇਹ ਬਾਰ-ਬਾਰ ਕਹਿ ਰਹੇ ਸੀ ਕਿ ਆਪਾਂ ਕਲੈਸ਼ ਨਹੀਂ ਕਰਨਾ, ਅਸੀਂ ਜੇ ਸਾਨੂੰ ਬੈਠਣ ਦੀ ਇੱਥੇ ਲੋੜ ਹੈ ਤੇ ਬੈਠ ਜਾਵਾਂਗੇ। ਪਰ ਨੌਜਵਾਨ ਸੀ ਜਿਨ੍ਹਾਂ ਨੂੰ ਰੋਕਣਾ ਉਸ ਵੇਲੇ ਇੰਨਾ ਜੋਸ਼ ਸੀ ਵੀ ਜੇ ਅਸੀਂ ਫੈਸਲਾ ਕੀਤਾ ਤੇ ਖੱਟਰ ਸਰਕਾਰ ਕੌਣ ਹੁੰਦੀ ਸਾਨੂੰ ਰੋਕਣ ਵਾਲੀ। ਉਹ ਉੱਥੇ ਆਪਣੇ ਉਹ ਸਾਰੇ ਬੈਰੀਅਰ, ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹੋਏ ਉਹ ਸਿੰਘੂ ਬਾਰਡਰ ਤੱਕ ਪਹੁੰਚੇ। ਉਹ ਤੇ ਅੱਗੇ ਵੀ ਜਾਣਾ ਚਾਹੁੰਦੇ ਸੀ, ਉੱਥੇ ਫਿਰ ਕਿਸੇ ਤਰੀਕੇ ਨਾਲ ਰੋਕਿਆ ਗਿਆ ਕਿ ਅੱਗੇ ਜਾ ਕੇ ਕੋਈ ਬਹੁਤਾ ਉਹਨਾਂ ਹਾਲਾਤਾਂ 'ਚ ਫਾਇਦਾ ਨਹੀਂ ਹੋਊਗਾ। ਅਸੀਂ ਨਾਲ ਸੀ 26 ਨੂੰ ਵੀ 27 ਨੂੰ ਵੀ, ਪਰ ਘੱਟੋ ਘੱਟ ਮੈਨੂੰ ਨਾ ਤੇ 27 ਨੂੰ ਸਵੇਰੇ ਉੱਥੇ ਦਿਖੇ ਆ ਜਿੱਥੇ ਮੇਰੇ ਤੇ ਟੀਅਰ ਗੈਸ ਸ਼ੈਲ ਲੱਗਾ ਸੀ। ਅਸੀਂ ਉੱਥੇ ਸਾਰੇ ਸਟੇਜ ਵੀ ਲੱਗੀ ਸੀ, ਉੱਥੇ ਲੱਖਾ ਸਿਧਾਣਾ ਵੀ ਸੀ। ਇਹ ਸਾਡੇ ਮਹਾਂਪੁਰਸ਼ ਤੇ ਉੱਥੇ ਕਿਤੇ ਸਾਨੂੰ ਨਜ਼ਰ 27 ਨੂੰ ਆਏ ਨਹੀਂ। ਅਤੇ ਇਸ ਲਈ ਇਹਨਾਂ ਦਾ ਜਿਹੜਾ ਉੱਥੇ ਦਿਖਣਾ ਉਹ ਖਾਸ ਜਗ੍ਹਾ 'ਤੇ ਖਾਸ ਟਾਈਮ 'ਤੇ ਹੀ ਦਿਖੇ ਹੈਗੇ, ਜਿੱਥੇ ਜਗ੍ਹਾ ਮਤਲਬ ਪੂਰੀ ਲੜਾਈ, ਤਿੱਖੀ ਲੜਾਈ ਪੁਲਿਸ ਨਾਲ ਹੋ ਰਹੀ ਸੀ, ਟੀਅਰ ਗੈਸ ਚੱਲ ਰਹੇ ਸੀ। ਮੈਨੂੰ ਉਸ ਮੁਕਾਬਲੇਬਾਜ਼ੀ 'ਚ ਕਿਤੇ ਇਹ ਦਿਖੇ ਨਹੀਂ, ਨਾ ਸ਼ੰਭੂ ਬਾਰਡਰ 'ਤੇ ਨਾ ਸਿੰਘੂ ਬਾਰਡਰ 'ਤੇ। ਸ਼ੁਰੂਆਤ ਦੀ ਗੱਲ ਕਰ ਲੈਂਦੇ ਆ। ਸ਼ੁਰੂਆਤ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀਗੀ, ਕਿਉਂਕਿ ਜਿਹੜੇ ਸਿੰਗਰ ਸੀਗੇ, ਐਕਟਰ ਸੀਗੇ, ਸਾਹਮਣੇ ਆਏ ਸੀਗੇ, ਖੁੱਲ੍ਹ ਕੇ ਸਾਹਮਣੇ ਆਏ ਸੀਗੇ ਸੋਸ਼ਲ ਮੀਡੀਆ 'ਤੇ ਤੇ ਕਹਿ ਰਹੇ ਸੀਗੇ ਕਿ ਸਾਨੂੰ ਦਿਸ਼ਾ ਚਾਹੀਦੀ ਹੈ ਤੇ ਕਿਸਾਨੀ ਅੰਦੋਲਨ ਦੇ ਵਿੱਚ ਜੁੜੇ 14 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਸਟਾਰਟਿੰਗ ਦੇ ਵਿੱਚ, ਜਿਹਦੇ ਵਿੱਚ 7 ਐਕਟਰ ਸੀਗੇ, ਸਿੰਗਰ ਸੀਗੇ ਤੇ 7 ਕਿਸਾਨ ਸੀਗੇ, ਕਿਸਾਨ ਆਗੂ। ਮੀਟਿੰਗ ਸ਼ਾਮਲ ਸੀ? ਹਾਂਜੀ, ਮੈਂ ਵੀ ਉੱਥੇ ਸ਼ਾਮਲ ਸੀ। ਹਾਂ, ਕਰੋ ਗੱਲ ਤੁਸੀਂ। ਉਹਦੇ ਵਿੱਚ ਪਹਿਲੇ ਦਿਨ ਮੀਟਿੰਗ ਹੁੰਦੀ ਹੈ। ਮੀਟਿੰਗ ਦੇ ਵਿੱਚ ਹੋ ਜਾਂਦਾ ਹੈ ਕਿ 7 ਸਿੰਗਰ ਹੋਣਗੇ, ਐਕਟਰ ਹੋਣਗੇ, 7 ਕਿਸਾਨ ਆਗੂ ਹੋਣਗੇ ਜੋ ਤੁਹਾਨੂੰ ਦਿਸ਼ਾ ਦੇਣਗੇ। ਪਹਿਲਾਂ 5 ਦੀ ਗੱਲ ਹੋਈ ਸੀ ਹਾਂਜੀ, ਤੇ ਇਹਨਾਂ ਨੇ ਕਿਹਾ ਅਸੀਂ ਬੰਦੇ ਜ਼ਿਆਦਾ, ਉਹ ਕਹਿੰਦੇ 7 ਰੱਖ ਲਓ, ਸਾਡੇ ਵੱਲੋਂ ਤੁਸੀਂ 30 ਰੱਖ ਲਓ। ਇਹ ਕਿਸਾਨਾਂ ਨੇ ਅੱਗਿਓਂ ਜਵਾਬ ਦਿੱਤਾ ਸੀ। ਪਰ ਇਹ ਗੱਲ ਤੁਹਾਡੀ ਠੀਕ ਹੈ, ਉੱਥੇ ਉਦੋਂ ਬਾਅਦ ਇਹ 7 ਬੰਦੇ ਇਕੱਠੇ ਹੀ ਨਹੀਂ ਹੋ ਸਕੇ। ਜੇ 7 ਇਕੱਠੇ ਹੁੰਦੇ ਤੇ ਆਪਣੀ ਲਿਸਟ ਉਹਨਾਂ ਨੂੰ ਦਿੰਦੇ, ਉਹ ਵੀ 7 ਦੇ ਕੇ ਕਮੇਟੀ ਬਣਦੀ। ਇਹ ਜਿਹੜਾ ਨਾ ਜ਼ਿਆਦਾਤਰ ਦੀਪ ਸਿੱਧੂ ਵਾਲਾ ਮੋਰਚਾ ਉਹ ਅਲੱਗ ਪਾਸੇ ਨੂੰ ਚੱਲ ਗਿਆ। ਕਿਸਾਨ ਇਹਨੂੰ ਲਗਾਤਾਰ ਇਹ ਸਮਝਣ ਲੱਗ ਗਏ ਕਿ ਇਹ ਸਾਡੇ ਵਿਰੁੱਧ ਹੈਗਾ
ਔਰ ਇਸੇ ਕਰਕੇ ਕਨਵੀਨਰ ਡਾਕਟਰ ਦਰਸ਼ਨਪਾਲ ਹੋਣਾ ਨੇ ਸਾਨੂੰ ਵੀ ਹੋਰਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਕਿ ਉਹ ਸਾਡੇ ਹੱਕ 'ਚ ਮੋਰਚਾ ਨਹੀਂ ਹੈਗਾ। ਜੋਗਿੰਦਰ ਯਾਦਵ ਨੂੰ ਵੀ ਫੋਨ ਕਰਕੇ ਉੱਥੇ ਉਹ ਨਹੀਂ ਆਏ, ਉਹਨਾਂ ਨੇ 4 ਅਕਤੂਬਰ ਨੂੰ ਬੁਲਾਇਆ ਗਿਆ ਸੀ, ਉਹਨਾਂ ਨੇ ਉਹ ਮੋਰਚੇ ਦੀ ਪਹਿਲੇ ਦਿਨ ਉੱਥੇ ਪ੍ਰੈਜ਼ੈਂਟ ਹੋਣਾ ਸੀ, ਸਾਨੂੰ ਵੀ ਫੋਨ ਕੀਤੇ ਗਏ ਸੀ ਕਿ ਨਾ। ਜਿਸ ਗੱਲ ਲਈ ਕਿਸਾਨ ਖੁਸ਼ ਨਹੀਂ, ਉਹ ਇਸ ਮੋਰਚੇ ਨੂੰ ਆਪਣੇ ਵਿਰੁੱਧ ਸਮਝਦੇ ਆ, ਅਸੀਂ ਕਿਉਂ ਜਾਵਾਂਗੇ ਉੱਥੇ? ਸਾਡਾ ਤਾਂ ਕੋਈ ਆਪਣਾ ਨਿੱਜੀ ਮਕਸਦ ਜਾਂ ਕੋਈ ਰਾਜਨੀਤੀ ਕਰਨਾ ਜਾਂ ਕੋਈ ਹੋਰ ਇੱਥੇ ਨਵੇਂ ਵੱਡੇ ਵੱਡੇ ਸਿਸਟਮ ਬਦਲਣ ਦਾ ਹਾਲ ਦੀ ਘੜੀ ਤੇ ਕੋਈ ਇੱਥੇ ਦਾ ਪ੍ਰੋਗਰਾਮ ਨਹੀਂ ਹੈਗਾ। ਇਸ ਮੂਵਮੈਂਟ 'ਚ ਤਾਂ ਇਹੋ ਜਿਹੇ ਵੱਡੇ ਪ੍ਰੋਗਰਾਮ ਕੱਢਣ ਦਾ ਕੋਈ ਸਾਡਾ ਮਾਨਸਿਕਤਾ ਨਹੀਂ ਹੈਗੀ। ਤਾਂ ਫਿਰ ਇਹ ਤੁਹਾਡੀ ਗੱਲ ਠੀਕ ਹੈ ਕਿ ਜੇ ਤੁਸੀਂ 7 ਬੰਦੇ ਨਹੀਂ ਇਕੱਠੇ ਹੋ ਕੇ ਉਹਨਾਂ ਨੂੰ ਦੱਸ ਸਕੇ ਕਿ ਆਹ ਸਾਡੀ 7 ਬੰਦਿਆਂ ਦੀ ਲਿਸਟ ਹੈ, ਤੁਸੀਂ ਆਪਣੀ 7 ਦੀ ਪਾ ਕੇ ਆਪਾਂ ਰਲ ਮਿਲ ਕੇ ਕੰਮ ਸ਼ੁਰੂ ਕਰੀਏ, ਤਾਂ ਫਿਰ ਇਕੱਠੇ ਕਿਉਂ ਨਹੀਂ ਹੋ ਸਕੇ? ਇਹਦੇ ਪਿੱਛੇ ਇਹ ਤੇ ਸਿੱਧੂ ਨੂੰ ਪੁੱਛੋ ਨਾ, ਜਿਨ੍ਹਾਂ ਨੇ ਇਹ ਉੱਥੇ ਗਏ ਸੀ ਔਰ ਉਸ ਮੀਟਿੰਗ 'ਚ ਤੁਸੀਂ ਵੀ ਸੁਣਿਆ ਹੋਣਾ, ਮੈਂ ਵੀ ਸੁਣਿਆ ਸੀ। ਸਾਰੇ ਕਹਿ ਰਹੇ ਸੀ ਸਾਨੂੰ ਦੱਸੋ ਅਸੀਂ ਕਿਵੇਂ ਤੁਹਾਡੇ ਨਾਲ ਖੜੇ ਹੋ ਸਕਦੇ ਹਾਂ, ਤੁਹਾਡੀ ਮਦਦ ਕਰ ਸਕਦੇ ਹਾਂ। ਇਹ ਕਹਿ ਰਿਹਾ ਸੀਗਾ ਲੈ ਜੇ 3 ਮੰਗਾਂ ਮੰਨੀਆਂ ਵੀ ਜਾਂਦੀਆਂ ਜਿਹੜੇ ਕਾਲੇ ਕਾਨੂੰਨ ਕਹਿੰਦੇ, ਫਿਰ ਪੰਜਾਬ ਦਾ ਮਸਲਾ ਹੱਲ ਹੋ ਜੂ, ਫਿਰ ਸਾਡੇ ਮਸਲੇ ਹੱਲ ਹੋ ਜਾਣਗੇ। ਸਾਡੇ ਮਸਲੇ ਇਹਦੇ ਨਾਲ ਇੱਥੇ ਤੱਕ ਹੱਲ ਨਹੀਂ ਹੋਣੇ। ਯਾਨੀ ਕੋਈ ਵੱਡਾ ਪ੍ਰੋਗਰਾਮ ਕਰਨਾ ਚਾਹੀਦਾ। ਦੇ ਵਿੱਚ ਕਾਫੀ ਤਬਦੀਲੀ ਦੀ ਗੱਲ ਉਸ ਟਾਈਮ ਹੋ ਰਹੀ ਸੀਗੀ। ਦੀਪ ਸਿੱਧੂ ਕਾਫੀ ਤਬਦੀਲੀ ਦੀ ਗੱਲ ਕਰ ਰਹੇ ਸੀਗੇ। ਕਰਨੀ ਚਾਹੀਦੀ ਹੈ, ਤਬਦੀਲੀ ਦੀ ਲੋੜ ਵੀ ਆ। ਪੰਜਾਬ ਦੇ ਲੋਕ ਵੀ ਤਬਦੀਲੀ ਮੰਗ ਰਹੇ ਆ। ਪਿਛਲੇ 10-15 ਸਾਲਾਂ ਦੇ ਬਹੁਤ ਕੋਸ਼ਿਸ਼ਾਂ ਕਰਕੇ ਵੀ ਲੋਕਾਂ ਨੇ ਦੇਖ ਲਈਆਂ, ਪਰ ਤੁਸੀਂ ਆਪਣਾ ਬਲੂ ਪ੍ਰਿੰਟ ਤੇ ਕੱਢ ਕੇ ਲਿਆਓ, ਕੋਈ ਪ੍ਰੋਗਰਾਮ ਤੇ ਕੱਢ ਕੇ ਲਿਆਓ। ਉੱਥੇ ਹੁਣ ਸ਼ੰਭੂ ਬਾਰਡਰ ਦੇ ਉੱਤੇ ਬੰਦੇ ਨਹੀਂ ਸੀ ਇਕੱਠੇ ਹੁੰਦੇ, ਕਦੀ ਫਿਰ ਢਾਡੀਆਂ ਨੂੰ ਬੁਲਾਓ, ਫਿਰ ਅਖੰਡ ਪਾਠ ਰੱਖ ਲਿਆ, ਫਿਰ ਵੀ ਚਲੋ ਕੁਛ ਲੋਕ ਤੇ ਮੱਥਾ ਟੇਕਣ ਆਉਣਗੇ, ਫਿਰ ਤੁਸੀਂ ਕਦੀ ਬੈਂਸ ਸਾਹਿਬ ਨੂੰ ਬੁਲਾ ਰਹੇ, ਬੈਂਸ ਬ੍ਰਦਰ ਜਿਹੜੇ ਆ ਉਹਨਾਂ ਨੂੰ, ਕਦੀ ਸੁਖਪਾਲ ਖਹਿਰਾ ਨੂੰ, ਵਿੱਚੇ ਧਰਮਵੀਰ ਗਾਂਧੀ ਨੂੰ ਵੀ ਇੱਕ ਦਿਨ ਬੁਲਾ ਲਿਆ। ਪਤਾ ਨਹੀਂ ਉਹ ਕਿਵੇਂ ਆ ਗਏ, ਮੈਂ ਤਾਂ ਹੈਰਾਨ ਸੀਗਾ ਕਿ ਸ਼ਾਇਦ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੋਊਗਾ। ਅਤੇ ਕਈਆਂ ਬੰਦਿਆਂ ਨੂੰ ਬੁਲਾ ਬਲੂ ਕੇ ਉਹ ਕਿਸੇ ਤਰੀਕੇ ਨਾਲ, ਤੁਹਾਨੂੰ ਪਤਾ ਲੱਗਾ ਕਿ ਉਹ ਕਦੋਂ ਉੱਠਿਆ, ਕਿਵੇਂ ਉਠਾਇਆ ਗਿਆ। ਐਡਾ ਵੱਡਾ ਮੋਰਚਾ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਰੋਜ਼ ਕਾਲਾਂ ਆਉਂਦੀਆਂ ਸੀਗੀ ਕਿ ਸ਼ੰਭੂ ਮੋਰਚੇ ਬਾਰੇ ਗੱਲ ਕਰੋ, ਸ਼ੰਭੂ। ਉਹ ਮੈਂ ਕਿਹਾ ਕੱਖ ਨਹੀਂ, ਉੱਥੇ ਤੰਬੂ ਮੋਰਚਾ ਆਇਆ, ਸ਼ੰਭੂ ਮੋਰਚਾ ਨਹੀਂ, ਇੱਕ ਛੋਟਾ ਜਿਹਾ ਤੰਬੂ ਲਾਇਆ ਅਤੇ ਉਹਦੇ 'ਚ ਕੁਛ ਲੋਕ ਬੈਠੇ ਰਹਿੰਦੇ ਆ, ਕਿਉਂਕਿ ਹੁਣ ਲਾ ਲਿਆ ਉਠਾਉਣਾ ਔਖਾ। ਇਸ ਲਈ ਉਹ ਪਤਾ ਹੀ ਨਹੀਂ ਲੱਗਾ ਰਾਤੋਂ ਰਾਤ ਕਿਵੇਂ ਚੱਕਿਆ ਗਿਆ। ਇਸ ਲਈ ਜੇ ਕੋਈ ਆਪਾਂ ਕੰਮ ਕਰਨਾ ਤੇ ਆਪਾਂ ਮਜ਼ਾਕ ਨਾ ਕਰੀਏ, ਸੀਰੀਅਸਲੀ ਕੋਈ ਆਪਣਾ ਪ੍ਰੋਗਰਾਮ ਦਈਏ ਔਰ ਉਸ ਪ੍ਰੋਗਰਾਮ ਦੇ ਵਿੱਚ ਸਮੁੱਚੀ ਲੋਕਾਂ 'ਚ ਜਿਨ੍ਹਾਂ ਨੇ ਉਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋਣਾ ਉਹਨਾਂ ਦੀ ਚਰਚਾ ਹੋਵੇ, ਉਹਨਾਂ ਦੀ ਸ਼ਮੂਲੀਅਤ ਹੋਵੇ। ਜਿਹਨੂੰ ਮੋਟੇ ਸ਼ਬਦਾਂ 'ਚ ਕਹਿੰਦੇ ਆ ਕਿ ਜੇ ਅਸੀਂ ਲੋਕਾਂ ਲਈ ਕੁਛ ਕਰਨਾ ਚਾਹੁੰਦਾ, ਭਾਵੇਂ ਸਿੱਖਾਂ ਲਈ ਕਰਨਾ, ਭਾਵੇਂ ਪੰਜਾਬੀਆਂ ਲਈ ਕਰਨਾ, ਭਾਵੇਂ ਦੇਸ਼ ਲਈ ਕਰਨਾ, ਉਹ ਸਾਰੇ ਦਾ ਸਾਰਾ ਸਾਡਾ ਪ੍ਰੋਗਰਾਮ ਲੋਕਾਂ ਦੇ ਨੌਲੇਜ 'ਚ ਹੋਣਾ ਚਾਹੀਦਾ, ਲੋਕਾਂ ਨੂੰ ਉਹਦਾ ਗਿਆਨ ਹੋਣਾ ਚਾਹੀਦਾ ਕਿ ਆਹ ਬੰਦੇ ਸਾਡੇ ਲਈ ਆਹ ਕੁਝ ਕਰਨਾ ਚਾਹੁੰਦੇ ਆ। ਉਹ ਗਲਤ ਹੈ, ਠੀਕ ਹੈ, ਉਹਨਾਂ ਤੋਂ ਸਾਨੂੰ ਉਹਨਾਂ ਦੇ ਹਾਵ ਭਾਵ ਵੀ ਲੈਣੇ ਚਾਹੀਦੇ ਆ, ਉਹਨਾਂ ਦੀ ਫੀਡਬੈਕ ਵੀ ਲੈਣੀ ਚਾਹੀਦੀ, ਫਿਰ ਕਰਨਾ ਚਾਹੀਦਾ। ਜੇ ਮੈਂ ਕੋਈ ਲੋਕਾਂ ਲਈ ਚੰਗਾ ਕੰਮ ਕਰਨਾ, ਮੈਨੂੰ ਲੁਕੋ ਕੇ ਕਰਨ ਦੀ ਕੀ ਲੋੜ ਹੈ? ਮੈਨੂੰ ਡਰਾ ਕੇ ਕੀ ਕਰਨ ਦੀ ਲੋੜ ਹੈ? ਫਿਰ ਜੇ ਮੈਨੂੰ ਡਰ ਆ ਤਾਂ ਫਿਰ ਘਰੇ ਬੈਠੋ। ਜੇ ਮੈਂ ਲੋਕਾਂ ਲਈ ਚੰਗਾ ਕੰਮ ਕਰਨਾ ਤਾਂ ਫਿਰ ਤਾਂ ਲੋਕ ਤੁਹਾਨੂੰ ਹੱਥੀਂ ਛਾਵਾਂ ਵੀ ਕਰਨਗੇ, ਲੋਕ ਤੁਹਾਨੂੰ ਸਾਥ ਵੀ ਦੇਣਗੇ, ਲੋਕ ਤੁਹਾਡੇ ਲਈ ਕੁਰਬਾਨੀਆਂ ਵੀ ਕਰਨਗੇ, ਹਰ ਕਿਸਮ ਦੀਆਂ। ਉਹ ਟਾਈਮ ਵੀ ਦੇਣਗੇ, ਪੈਸੇ ਦੀ ਕੁਰਬਾਨੀ ਵੀ ਕਰਨਗੇ, ਹਰ ਕਿਸਮ ਦੀ। ਪਰ ਮੈਨੂੰ ਅਜੇ ਕੁਛ ਇਹੋ ਜਿਹਾ ਦਿਖਦਾ ਹੀ ਨਹੀਂ। ਤੁਸੀਂ ਆਪ ਉਹਨਾਂ ਨੂੰ ਮਿਲੇ ਆ, ਤੁਹਾਨੂੰ ਹੁਣ ਗੱਲਾਂ ਤਾਂ ਮੇਰੇ ਕੋਲ ਜਿੰਨੀਆਂ ਮਰਜ਼ੀ ਕਰਾ ਲਓ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹਰ ਕੋਈ ਕਰ ਸਕਦਾ। ਕੀ ਕੋਈ ਉਹਨਾਂ ਕੋਲ ਇਹੋ ਜਿਹਾ ਰਾਜਨੀਤਿਕ ਜਿਹੜਾ ਕਿਸੇ ਕਿਸਮ ਦਾ ਤੁਸੀਂ ਅਭਿਆਸ ਕਹਿ ਲਓ, ਜਾਂ ਉਹਨਾਂ ਕੋਲ ਕੋਈ ਉਹੋ ਜਿਹਾ ਤਜਰਬਾ ਕਹਿ ਲਓ, ਜਾਂ ਉਹਨਾਂ ਦੀ ਕੋਈ ਡੈਪਥ ਅੰਡਰਸਟੈਂਡਿੰਗ ਕਹਿ ਲਓ। ਹਾਂ, ਲਾਅ ਦੀ ਉਹਨਾਂ ਦੀ ਅੰਡਰਸਟੈਂਡਿੰਗ ਜ਼ਰੂਰ ਹੈਗੀ ਹੈ। ਜੇ ਕੋਈ ਉਹਨਾਂ ਕੋਲ ਪ੍ਰੋਗਰਾਮ ਇਹੋ ਜਿਹਾ ਉਹਨਾਂ ਦੇ ਮਨ ਵਿੱਚ ਹੈਗਾ ਕਿ ਉਹ ਫਿਲਮਾਂ ਛੱਡ ਕੇ, ਦੂਜੀਆਂ ਦੁਨੀਆਂ ਜਿਹੜੀਆਂ ਬੰਬੇ ਵਾਲੀ ਦੁਨੀਆ ਛੱਡ ਕੇ, BJP ਦੀ ਜਿਹੜੀ ਪਿਛਲ ਝਾਕ ਛੱਡ ਕੇ, ਸੰਨੀ ਦਿਓਲ ਵਾਲੀ ਦੋਸਤੀਆਂ ਛੱਡ ਕੇ ਹੁਣ ਉਹ ਸੱਚੀ ਮੁੱਚੀ ਪੜਨਾਏ ਹੋਏ ਆ ਪੰਜਾਬ ਦੇ ਲੋਕਾਂ ਨੂੰ, ਉਹ ਮੇਰਾ ਖਿਆਲ ਆਉਣਾ ਚਾਹੀਦਾ। ਮੈਂ ਤਾਂ ਬਾਰ-ਬਾਰ ਇਹ ਗੱਲ ਕਹਿੰਦਾ ਤਾਂ ਕਿ ਅਸੀਂ ਵੀ ਪੜ੍ਹ ਕੇ ਦੇਖੀਏ ਕਿ ਉਹਦੇ ਵਿੱਚ ਕਿੰਨਾ ਕੁ ਅਸੀਂ ਉਹਨਾਂ ਦੀ ਉਸ ਮੁੱਦਿਆਂ ਦੇ ਉੱਤੇ ਸ਼ਾਇਦ ਅਸੀਂ ਵੀ ਮਦਦ ਕਰਨ ਲੱਗ ਪਈਏ ਜੇ ਸਾਨੂੰ ਉਹ ਪੰਜਾਬ ਦੇ ਹੱਕ ਵਿੱਚ ਮੁੱਦੇ ਲੱਗਣ। ਪਰ ਹਾਲ ਦੀ ਘੜੀ ਮੈਨੂੰ ਇਹੋ ਜਿਹਾ ਕੁਝ ਦਿਖਦਾ ਨਹੀਂ। ਅਜੇ ਤਾਂ ਮਸ਼ਕਾਂ ਜ਼ਿਆਦਾ ਅਤੇ ਕੰਮ ਘੱਟ। ਦੀਪ ਸਿੱਧੂ ਨਾਲ ਅਸੀਂ ਗੱਲਬਾਤ ਕੀਤੀ ਸੀਗੀ, ਸਿੰਘੂ ਬਾਰਡਰ ਦੀ ਗੱਲਬਾਤ ਕੀਤੀ ਸੀਗੀ, ਅਤੇ ਉਹਨਾਂ ਨੇ ਇੱਕ ਗੱਲ ਸਾਨੂੰ ਕਹੀ ਸੀਗੀ ਇੰਟਰਵਿਊ ਦੇ ਵਿੱਚ ਖਾਸ, ਕਿ MSP ਨੂੰ ਲੈ ਕੇ ਪੰਜਾਬ ਤੋਂ ਤੁਰੇ ਸੀਗੇ ਅਤੇ ਹੁਣ ਆ ਕੇ ਕਹਿ ਰਹੇ ਕਿ ਕਾਨੂੰਨ ਰੱਦ ਚਾਹੀਦੇ ਆ, ਸਾਨੂੰ ਤਿੰਨੋਂ ਕਾਨੂੰਨ ਰੱਦ ਚਾਹੀਦੇ ਆ। ਕਹਿ ਰਹੇ ਕਿ
ਐਮਐਸਪੀ ਦੀ ਗਾਰੰਟੀ ਲੈ ਕੇ ਵਾਪਸ ਚੱਲ ਜਾਣ। ਇੰਨੇ ਬੰਦੇ ਕਿਉਂ ਮਰਵਾ ਰਹੇ ਆ ਇੱਥੇ, ਲਗਾਤਾਰ ਬੰਦੇ ਮਰ ਰਹੇ ਆ। ਨਹੀਂ ਹੁਣ ਸਾਰੇ ਪਾਸੇ ਤੇ ਨਹੀਂ, ਇੱਕ ਪਾਸੇ ਤੇ ਕਹਿਣਾ ਕਿ ਤੁਸੀਂ ਏਜੰਡੇ ਵੱਡੇ ਰੱਖੋ, ਇੱਕ ਕਹਿਣਾ ਕਿ ਜਿੰਨੇ ਕੁ ਰੱਖੇ ਆ ਉਹ ਵੀ ਨਾ ਰੱਖੋ। ਤਿੰਨੇ ਕਾਨੂੰਨ ਵਾਪਸ ਕਰਾਉਣ ਦਾ ਉੱਥੇ ਸਿੰਘੂ ਬਾਰਡਰ ਤੇ ਜਾ ਕੇ ਨਹੀਂ ਰੱਖਿਆ। ਇਹ ਜਾ ਕੇ ਦੇਖਣ ਤੇ ਸਹੀ ਜਿਹੜੇ ਉਹਨਾਂ ਨੇ ਰੈਜ਼ੋਲੂਸ਼ਨ ਦਿੱਤੇ, ਮੇਰੇ ਕੋਲ ਕਾਪੀਆਂ ਪਈਆਂ, ਜੇ ਨਹੀਂ ਤਾਂ ਮੈਂ ਭੇਜ ਦੂੰਗਾ। ਉਹ ਲਗਾਤਾਰ ਚਰਚਾ 'ਚ ਵਿੱਚ ਹੋ ਕੇ ਉਹਨਾਂ ਨੇ ਬਕਾਇਦਾ ਲਿਖਤੀ ਤੌਰ 'ਤੇ ਦਿੱਤੇ ਆ। 7-7 ਘੰਟੇ ਪਿਊਸ਼ ਗੋਇਲ ਉਹਨਾਂ ਨਾਲ ਜਿਹੜੀ ਕਮੇਟੀ ਸੀਗੀ, ਸਾਰਿਆਂ ਨਾਲ, ਨਰਿੰਦਰ ਤੋਮਰ ਨਾਲ ਮੀਟਿੰਗਾਂ ਹੋ ਕੇ ਕੱਲੀ ਕਲਾਜ਼ ਬਾਈ ਕਲਾਜ਼ ਡਿਸਕਸ਼ਨ ਹੋਈ ਹੈ ਕਿ ਅਸੀਂ ਵਾਪਸ ਕਿਉਂ ਚਾਹੁੰਦੇ ਹਾਂ। ਹੁਣ ਇਹ ਗੱਲ ਕਹਿਣੀ ਕਿ ਇਹਦੀ ਵਾਪਸ ਕਰਨ ਦੀ ਲੋੜ ਨਹੀਂ ਹੈ, MSP ਲੈ ਲਓ, ਤੇ MSP ਉਹ ਤੇ ਮੋਦੀ ਕਹਿ ਹੀ ਰਿਹਾ ਕਿ ਅਸੀਂ MSP ਬੰਦ ਨਹੀਂ ਕਰ ਰਹੇ, MSP ਸੀ ਰਹੇਗੀ ਹੋਏਗੀ। ਉਹਦੇ ਤੇ ਕਿਹੜਾ ਗਰੰਟੀ ਦਿੰਦਾ ਕਿ ਅਸੀਂ ਸਾਰੇ ਦਾ ਸਾਰਾ ਦਾਣੇ ਦਾ ਦਾਣਾ ਚੁੱਕਾਂਗੇ, ਇੱਕ ਦਾਣਾ ਚੁੱਕਾਂਗੇ। ਐਵੇਂ ਮੈਨੂੰ ਤੇ ਕੁਝ ਜਾਣੀ ਕਲੈਰਿਟੀ ਨਾਲੋਂ ਭੰਬਲ ਭੂਸਾ ਜਿਹੜਾ ਨਾ, ਭੰਬਲ ਭੂਸਾ ਜ਼ਿਆਦਾ ਲੱਗ ਰਿਹਾ। ਇਸ ਲਈ ਜੋ ਵੀ ਅਸੀਂ ਕਹਿਣਾ, ਹੁਣ ਸਾਨੂੰ ਤਾਂ ਕੋਈ ਕਿਸਾਨਾਂ ਦੇ ਨਾਲ ਮੈਂ ਸ਼ੁਰੂ ਤੋਂ ਲੱਗਾ, ਕੋਈ ਤਕਲੀਫ ਨਹੀਂ, ਇੰਨਾ ਵੈਲਕਮ ਕਰਦੇ ਹਾਂ। ਜਾ ਕੇ ਜੇ ਬੋਲ ਕੇ ਨਾ ਆਈਏ ਉਹਨਾਂ ਦੀ ਸਟੇਜ 'ਤੇ ਉਹ ਸਗੋਂ ਨਾਰਾਜ਼ ਹੁੰਦੇ ਆ। ਇੱਕ ਦਿਨ ਤੇ ਮੈਂ ਕਿਹਾ ਸੀ ਮੈਨੂੰ ਛੇਤੀ ਜਾਣਾ, ਮੇਰੇ ਪਿੱਛੇ ਬੰਦੇ ਭੇਜ ਕੇ ਵਾਪਸ ਬੁਲਾ ਕੇ ਫਿਰ ਮੈਂ ਬੋਲ ਕੇ ਫਿਰ ਮੈਂ ਗਿਆ। ਉਹ ਕਹਿੰਦੇ ਸਾਨੂੰ ਮੈਸੇਜ ਦੇ ਕੇ ਜਾਓ, ਸਾਨੂੰ ਚੰਗਾ ਲੱਗ। ਪਰ ਇਹਨਾਂ ਬਾਰੇ ਕਿਉਂ ਤਕਲੀਫ ਆਉਂਦੀ ਆ ਵੀ ਇਹਨਾਂ ਨੂੰ ਕਿਉਂ ਨਹੀਂ ਸਟੇਜ 'ਤੇ ਉਹ ਲਾਗੇ ਫਟਕਣੇ ਦੇ? ਇਹਦਾ ਮਤਲਬ ਕੋਈ ਨਾ ਕੋਈ ਤਾਂ ਪੁੱਠੇ ਕੰਮ ਉੱਥੇ ਉਹਨਾਂ ਨੂੰ ਇਹਨਾਂ ਦੇ ਸ਼ੰਕਾ ਹੋਊਗਾ ਜਾਂ ਕੋਈ ਪੁੱਠੇ ਕੰਮ ਕਰਦੇ ਹੋਣਗੇ, ਜਿਸ ਕਰਕੇ ਉਹ ਇਹਨਾਂ ਨੂੰ ਕਹਿੰਦੇ ਕਿ ਨਹੀਂ ਜੀ ਇਹਨਾਂ ਤੋਂ ਦੂਰ ਰਹੋ। ਇਸ ਲਈ ਇਹ ਆਪਣਾ ਭਰੋਸਾ ਆਪ ਗਵਾਇਆ ਇਹਨਾਂ ਨੇ। ਉਹ ਭਰੋਸਾ ਇਹਨਾਂ ਨੇ ਆਪ ਹੀ ਉਹਨਾਂ ਦੇ ਨਾਲ ਬਹਾਲ ਕਰ ਸਕਦੇ ਆ। ਇਹਦੇ ਲਈ ਵੀ ਥੋੜ੍ਹਾ ਬਹੁਤ ਕੋਸ਼ਿਸ਼ ਕਰਨ। ਤੁਸੀਂ ਜਦੋਂ ਪਹਿਲੇ ਤੋਂ ਜੁੜੇ ਹੋਏ ਹੋ, ਕਦੇ ਤੁਸੀਂ ਦੀਪ ਸਿੱਧੂ ਨਾਲ, ਤੁਹਾਨੂੰ ਵੀ ਸ਼ੰਕਾ ਹੋਣੀ ਹੈ ਮਾੜੀ ਮੋਟੀ, ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਮੈਨੂੰ ਜਿਹੜੇ ਨਿੱਜੀ ਤੌਰ 'ਤੇ ਕਿਸੇ ਦੇ ਪਰਸਨੈਲਿਟੀ ਬਾਰੇ ਕਿਤੇ ਬਹੁਤਾ ਮੈਨੂੰ ਇੰਟਰਸਟ ਨਹੀਂ ਹੈ, ਪਰ ਉਹਨਾਂ ਨੂੰ ਮੈਨੂੰ ਜੋ ਲੱਗਦਾ, ਜਿੰਨਾ ਕੁ ਮੈਂ ਉਹਨਾਂ ਨੂੰ 2 ਵਾਰੀ ਗੱਲਬਾਤ ਕੀਤੀ ਹੈ, ਉਹ ਜੋਸ਼ 'ਤੇ ਹੋ ਸਕਦਾ ਉਹਨਾਂ ਦਾ, ਹੈ ਨਾ। ਅਤੇ ਪਰ ਜਿਹੜੀਆਂ ਚੀਜ਼ਾਂ ਦੀਆਂ ਪਚੀਦਗੀਆਂ ਨੂੰ ਸਮਝ ਲੈਣਾ, ਜਿਵੇਂ ਉਹਨਾਂ ਦੇ ਕੁਝ ਸਪੋਰਟਰ ਹੈਗੇ ਆ, ਜਿਵੇਂ ਅਜਮੇਰ ਸਿੰਘ ਹੋਣੀ ਹੈ, ਲਗਾਤਾਰ ਉਹਨਾਂ ਦੀ ਸਪੋਰਟ ਕਰ ਰਹੇ ਜਿਹੜੇ ਸਿੱਖ ਸਕਾਲਰ, ਉਹਨਾਂ ਨੂੰ ਪੂਰਾ ਪਚੀਦਗੀਆਂ ਦਾ ਪਤਾ, ਉਹ ਬੜੀ ਗਹਿਰਾਈ 'ਚ ਚੀਜ਼ਾਂ ਨੂੰ ਸਮਝਦੇ ਆ। ਹੋ ਸਕਦਾ ਉਹ ਉਹਨਾਂ ਨੂੰ ਪਿੱਛੋਂ ਸਾਰਾ ਲਗਾਤਾਰ ਗਾਈਡ ਕਰਦੇ ਹੋਣ ਕਿ ਤੁਸੀਂ ਹੁਣ ਇੰਝ ਕਰ ਲਓ, ਇੰਝ ਜਿਵੇਂ ਹੁੰਦਾ ਆ। ਸਟੋਰੀ ਕਿਸੇ ਦੀ ਲਿਖੀ ਹੁੰਦੀ, ਡਾਇਲੌਗ ਕਿਸੇ ਦਾ ਹੁੰਦਾ, ਅਤੇ ਐਕਟਰ ਨੇ ਤਾਂ ਐਕਟਿੰਗ ਕਰਨੀ ਹੁੰਦੀ, ਉਹਨਾਂ ਨੂੰ ਲੱਗਦਾ ਉਪੇ ਵੀ ਐਕਟਿੰਗ ਦੇ ਨਾਲ ਹੀ ਕੰਮ ਚੱਲ ਜੂਗਾ। ਇਹ ਥੋੜ੍ਹਾ ਜਿਹਾ ਔਖਾ ਕੰਮ ਆ, ਇਹ ਬੰਬੇ ਵਾਲੀ ਐਕਟਿੰਗ ਨਾਲ ਨਹੀਂ ਚੱਲਣਾ ਹੈ, ਪਰ ਉਹਦੇ ਨਾਲ ਸਪੋਰਟ ਕਾਫੀ ਹੋ ਜਾਂਦੀ। ਪਰ ਮੈਨੂੰ ਲੱਗਦਾ ਜਿਹਨੇ ਲੀਡਰ ਖੁਦ ਐਸਟੈਬਲਿਸ਼ ਹੋਣਾ, ਉਹਨੂੰ ਆਪ ਵੀ ਕਾਫੀ ਕੁਝ ਘਾਲਣੀ ਪੈਂਦੀ। ਇਹ ਔਖਾ ਕੰਮ ਆ, ਜੋਖਮ ਭਰਿਆ ਕੰਮ ਆ, ਬੜੀ ਉਮਰਾਂ ਲੱਗ ਜਾਂਦੀਆਂ। ਫਿਰ ਵੀ ਤੁਸੀਂ ਉਸ ਪੱਧਰ 'ਤੇ ਜਿੰਨੀ ਕੁ ਸਮਾਜ ਨੂੰ ਜਾਂ ਉਸ ਰਾਜਨੀਤੀ ਨੂੰ ਲੋੜ ਹੁੰਦੀ ਹੈ, ਉੱਥੇ ਪੂਰਾ ਉਹਦੇ ਹਾਣੀ ਨਹੀਂ ਹੋ ਪਾਉਂਦੇ। ਅਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਨੌਜਵਾਨ ਨੂੰ, ਜੋਸ਼ੀਲੇ ਨੌਜਵਾਨ ਨੂੰ ਕਾਹਲੀ ਕਰਨ ਦੀ ਜਗ੍ਹਾ ਆਪਣੇ ਜਿਹੜੇ ਮੈਂਟਰ ਹੈਗੇ, ਜਿਹੜੇ ਉਹਨਾਂ ਦੇ ਪਿੱਛੇ ਥਿੰਕ ਟੈਂਕ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਤੋਂ ਬਹੁਤ ਕੁਝ ਪਹਿਲਾਂ ਸਿੱਖਣਾ ਚਾਹੀਦਾ। ਅਤੇ ਜੇ ਉਹ ਸਿੱਖ ਕੇ ਚੱਲਣਗੇ ਤਾਂ ਸ਼ਾਇਦ ਇਹ ਥੋੜ੍ਹੀ ਮਿਹਨਤ ਦੇ ਨਾਲ ਜ਼ਿਆਦਾ ਨਤੀਜੇ ਕੱਢ ਪਾਉਣਗੇ। ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ, ਹੁਣ ਵਾਪਸੀ ਦੇਖਦੇ ਹੋ, ਕਿਉਂਕਿ ਲੱਖੇ ਦੀ ਤਾਂ ਵਾਪਸੀ ਹੋ ਚੁੱਕੀ ਹੈ, ਅਗਰ ਦੀਪ ਸਿੱਧੂ ਦੀ ਵਾਪਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਾਫੀ ਬਿਆਨ ਵੀ ਆਇਆ, ਪਹਿਲੇ ਵੀ ਕਾਫੀ ਬਿਆਨ ਆਇਆ, ਕਾਫੀ ਚੀਜ਼ਾਂ ਸਟੇਜ ਤੋਂ ਕਹੀਆਂ ਗਈਆਂ ਦੀਪ ਸਿੱਧੂ ਬਾਰੇ, ਤੇ ਹੁਣ ਲੱਗਦਾ ਕਿ ਦੀਪ ਸਿੱਧੂ ਦੀ ਵਾਪਸੀ ਸੰਯੁਕਤ ਕਿਸਾਨ ਮੋਰਚਾ ਜਾਂ ਸਿੰਘੂ ਬਾਰਡਰ ਤੇ ਹੋ ਸਕਦੀ? ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜੇ ਉਹ ਆ ਜਾਂਦੇ ਆ ਤਾਂ ਚਲੋ ਕੋਈ ਮਾੜੀ ਗੱਲ ਵੀ ਨਹੀਂ ਹੈ, ਪਰ ਉਹਨਾਂ ਨੂੰ ਦੇਖੋ ਜੋ ਜਿੰਨੀ ਵੱਡੀ ਉਦਣ 25 ਜਨਵਰੀ ਦੀ ਰਾਤ ਨੂੰ ਸਾਰਾ ਕੁਝ ਚੁਣੌਤੀ, ਹਾਂ, ਉਹ ਕਰਕੇ ਬਹੁਤ ਵੱਡੀ ਗੱਲ ਆ। ਉਹਨਾਂ 'ਚ ਬਹੁਤ ਗੁੱਸਾ, ਕਿਸਾਨ ਲੀਡਰਾਂ 'ਚ ਬਹੁਤ ਜ਼ਿਆਦਾ ਨਿਰਾਸ਼ਤਾ ਹੀ ਨਹੀਂ, ਇਹਨਾਂ ਪ੍ਰਤੀ ਗੁੱਸਾ ਆਇਆ ਕਿ ਇੰਝ ਕਿਉਂ ਕੀਤਾ, ਇਹਨਾਂ ਸਾਡੇ ਰੋਕਣ ਦੇ ਬਾਵਜੂਦ ਕੀਤਾ। ਅਤੇ ਜੇ ਉਹ ਇਹ ਦੁਬਾਰਾ ਉਹਨਾਂ ਦਾ ਭਰੋਸਾ ਜਿੱਤ ਸਕਦੇ ਆ ਤਾਂ ਕੋਈ ਦਿੱਕਤ ਨਹੀਂ। ਪਰ ਐਡੀ ਵੱਡੀ ਕਿਹੜੀ ਗੱਲ ਹੈ ਕਿ ਜੇ ਦੀਪ ਸਿੱਧੂ ਉੱਥੇ ਨਹੀਂ ਹੋਊਗਾ ਤਾਂ ਉਹ ਕਿਸਾਨ ਮੋਰਚਾ ਨਹੀਂ ਚੱਲੂਗਾ। ਜਾਣੀ ਕਿਸਾਨ ਮੋਰਚੇ ਨੂੰ ਦੀਪ ਸਿੱਧੂ ਤੇ ਨਹੀਂ ਚਲਾ ਰਿਹਾ, ਉਹ ਤਾਂ ਕਿਸਾਨ ਲੀਡਰ ਚਲਾ ਰਹੇ ਆ। ਜੇ ਆ ਜਾਊਗਾ ਤਾਂ ਠੀਕ ਆ, ਪਰ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਲੋੜਾਂ ਆ, ਉਹਨਾਂ ਨੂੰ ਇਹ ਲੱਗੇ ਕਿ ਸਾਡੇ ਫਾਇਦੇ ਲਈ ਆਊਗਾ, ਨਾ ਕਿ ਇੱਥੇ ਪਹਿਲਾਂ ਵਾਂਗੂ ਫਿਰ ਪਸੂੜੀ ਪਾਉਣ ਲਈ ਆਊਗਾ। ਕਹਿ ਰਹੇ ਕਿ ਬੜੇ ਨੌਜਵਾਨ ਉਹਨਾਂ ਦੇ ਪਿੱਛੇ ਹੈ, ਪਾੜ ਵੀ ਪੈ ਸਕਦਾ ਅਗਰ ਨਹੀਂ ਆਉਂਦੇ ਤਾਂ। ਕੀ ਪਾੜ ਪੈ ਜਾਊਗਾ? ਇੱਥੇ ਸਾਡੇ 2.25 ਕਰੋੜ ਲੋਕ ਆ, ਉਹ ਸਾਰੇ ਮੋਰਚੇ 'ਤੇ ਬੈਠੇ ਆ। ਅਤੇ ਜੇ 5 ਲੱਖ 10 ਲੱਖ 2 ਲੱਖ 4 ਲੱਖ ਇਹ ਵੀ ਲੈ ਕੇ ਮੋਬਿਲਾਈਜ਼ ਕਰਦਾ ਕਰਨ, ਮੂਵਮੈਂਟਾਂ ਹੁੰਦੀਆਂ ਹੀ ਆ, ਉਹ ਕਰ ਲੈਣ। ਕੀ ਉਹਨਾਂ ਦੇ ਵਿਰੁੱਧ ਜਾ ਕੇ ਖੜਾ ਹੋਊਗਾ? ਕੀ ਕਹੂਗਾ ਕਿ ਨਹੀਂ ਸਾਨੂੰ ਕਿਸਾਨ ਮਰਨੇ ਚਾਹੀਦੇ ਆ? ਅਤੇ ਜੇ ਆਪਣਾ ਹੁਣ ਵੀ ਜੋਗਿੰਦਰ ਅਗਰਾਹਾਂ ਨਾਲ ਵੀ ਹੈ, ਤਾਂ ਉਹਨੇ ਅਲੱਗ ਸਟੇਜ ਵੀ ਲਾਈ ਹੈ। ਪੰਧੇਰ ਪੰਨੂ ਹੁਣੀ ਅਲੱਗ ਵੀ ਹੈਗੇ ਆ, ਅਤੇ ਆਪਣੀ ਅਲੱਗ ਸਟੇਜ ਵੀ ਲਾਈ ਆ, ਅਤੇ ਸਾਂਝੇ ਮੋਰਚੇ ਦੇ ਫੈਸਲਿਆਂ ਨੂੰ ਵੀ ਮੰਨਦੇ ਆ। ਇਹ ਵੀ ਇੱਕ ਨਵੀਂ ਉੱਥੇ ਟੱਪਰੀ ਪਾ ਲੈਣ, ਇਹ ਵੀ ਇੱਕ ਸਟੇਜ ਨਵੀਂ ਲਾ ਲੈਣ।
ਕਹਿਣਗੇ ਅਸੀਂ ਕੁਝ ਪ੍ਰੋਗਰਾਮ ਤੇ ਸਾਡੇ ਲੱਗ ਗਿਆ ਜਿਹੜੇ ਕਿ ਬਹੁਤ ਵੱਡੇ ਤੇ ਵਿਸ਼ਾਲ ਤੇ ਆਉਣ ਵਾਲੇ ਇਸ ਸਮੇਂ ਨੂੰ ਐਡਰੈਸ ਕਰਦੇ, ਇਹ ਤੇ ਹੁਣ ਵਾਲੇ ਸਮੇਂ ਨੂੰ ਹੀ ਐਡਰੈਸ ਕਰ ਰਹੇ ਆ, ਤੁਰੰਤ ਇਲਾਜ ਚਾਹੁੰਦੇ ਆ। ਤੇ ਅਸੀਂ ਇਹਨਾਂ ਦੇ ਨਾਲ ਵੀ ਆ ਜਿੱਥੇ ਹੋਊਗੇ, ਤੇ ਬਾਕੀ ਸਾਡੇ ਵੱਡੇ ਪ੍ਰੋਗਰਾਮ ਵੀ ਨਾਲੋਂ ਨਾਲ ਚੱਲੀ ਰਹਿਣਗੇ। ਆਪਣੇ ਝੰਡੇ ਬੁੰਗੇ ਉੱਥੇ ਅਲੱਗ ਲਾ ਲੈਣ, ਉਹਦੇ 'ਚ ਕੀ, ਉਹਦੇ ਵਿੱਚ ਹੀ ਵੜਨਾ ਜ਼ਰੂਰੀ ਆ? ਕੋਈ ਜਿੰਨਾ ਕੋ ਨਾਲ ਰੱਖਦੇ ਉਹਨਾਂ ਕੁ ਰਹਿ ਜਾਣ, ਨਹੀਂ ਤੇ ਆਪਣਾ ਕੰਮ ਕਰੀ ਜਾਣ। ਨਾਲੇ ਇਹ ਕੋਈ ਪਹਿਲਾ ਤੇ ਆਖਰੀ ਮੂਵਮੈਂਟ ਥੋੜ੍ਹੀ ਆ, ਉਹ ਅਜੇ ਯੰਗ ਮੁੰਡਾ ਆ, ਉਹਦਾ ਲੰਬੀਆਂ ਇਨਿੰਗਸ ਹੈਗੀਆਂ। ਉਹ ਆਪਣਾ ਤਕੜਾ ਪ੍ਰੋਗਰਾਮ ਬਣਾਏ, ਸਗੋਂ ਪੁਖਤਾ ਪ੍ਰੋਗਰਾਮ ਬਣਾਏ, ਆਪਣੇ ਜਿੰਨੇ ਨੌਜਵਾਨ ਹੈ ਉਹਨਾਂ ਨੂੰ ਨਾਲ ਲੈ ਕੇ ਇੱਕ ਨਵੀਂ ਚੰਗੀ ਤਾਕਤ, ਸਦਾਣਾ ਇੱਕ ਵਾਰੀ ਬਿਲਕੁਲ ਆਪਣੀ ਚੰਗੀ ਤਾਕਤ ਬਣਾਵੇ। ਔਰ ਲੋਕੀ ਵੀ ਜਿਹੜੇ ਸ਼ੱਕ ਕਰਦੇ ਆ ਕਈ ਵਾਰੀ ਕਿ ਉਹ ਇੰਨੀ ਫੋਲੋਇੰਗ ਨਹੀਂ, ਇੰਨੀ ਰਾਜਨੀਤਿਕ ਸ਼ਕਤੀ ਨਹੀਂ, ਉਹਦਾ ਪ੍ਰਦਰਸ਼ਨ ਨਹੀਂ, ਉਹਨਾਂ ਲੋਕਾਂ ਨੂੰ ਵੀ ਚਾਨਣਾ ਹੋ ਜੂਗਾ ਨਹੀਂ ਨਹੀਂ ਇਹ ਦੀਪ ਸਿੱਧੂ ਤੇ ਬਹੁਤ ਵੱਡੀ ਫੌਜ ਦਾ ਜਰਨੈਲ ਹੈਗਾ, ਉਹ ਕਰ ਲੈਣ, ਉਹਦੇ 'ਚ ਕੀ ਹਰਜ ਹੈ, ਸਾਰਿਆਂ ਨੂੰ ਚੰਗਾ ਲੱਗੂਗਾ। ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਇੱਕ ਹੋਰ ਖਬਰ ਕਾਫੀ ਵਾਇਰਲ ਹੋ ਰਹੀ ਹੈ, ਇੱਕ ਨਾਮੀ ਨਿਊਜ਼ਪੇਪਰ ਦੀ ਕਟਿੰਗ ਵਾਇਰਲ ਹੋ ਰਹੀ ਹੈ, ਕਹਿ ਰਹੇ ਕਿ ਉਹਦੇ ਵਿੱਚ ਲਿਖਿਆ ਸਾਫ਼ ਤੌਰ ਤੇ ਕਿ ਆਪਰੇਸ਼ਨ ਕਲੀਨ ਚਲਾਉਣ ਦੀ ਗੱਲ ਹਰਿਆਣਾ ਸਰਕਾਰ ਕਰ ਰਹੀ ਹੈ। ਹਾਲਾਂਕਿ ਹਰਿਆਣਾ ਹੋਮ ਮਿਨਿਸਟਰ ਨੇ ਕਲੀਅਰ ਕਰਤਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ, ਪਰ ਅਗਰ ਇੱਦਾਂ ਦੀ ਗੱਲ ਕੁਝ ਹੁੰਦੀ ਹੈ ਤਾਂ ਫਿਰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਰੋਨਾ ਦਾ ਕਹਿਰ ਵੀ ਲਗਾਤਾਰ ਵੱਧ ਰਿਹਾ, ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ ਵੀ ਲੋਕਡਾਊਨ ਲੱਗ ਚੁੱਕਿਆ ਹੈ, ਵੀਕਐਂਡ ਲੋਕਡਾਊਨ ਲੱਗ ਚੁੱਕਿਆ, ਤੇ ਫਿਰ ਅਗਰ ਇੱਦਾਂ ਦੀ ਕੋਈ ਚੀਜ਼ ਹੁੰਦੀ ਹੈ ਤਾਂ ਫਿਰ ਕੀ ਦੇਖਦੇ ਹੋ? ਦੇਖੋ ਇਹੋ ਜੀ ਕੋਈ ਵੀ ਬੇਕਰਤੂਤੀ ਸਰਕਾਰ ਵੱਲੋਂ, ਮੋਦੀ ਜੀ ਵੱਲੋਂ ਹੋਵੇ ਜਾਂ ਖੱਟੜ ਰਾਹੀਂ ਕੀਤੀ ਜਾਏ ਮੋਦੀ ਜੀ ਵੱਲੋਂ, ਇਹਦੀ ਕੋਈ ਨਾ ਕੋਈ ਖਦਸ਼ਾ ਤੇ ਬਣਿਆ ਰਹਿੰਦਾ, ਹਮੇਸ਼ਾ ਬਣਿਆ ਰਹਿੰਦਾ। ਪਰ ਮੈਂ ਇੱਕ ਗੱਲ ਦੱਸ ਦਿਆਂ ਵੀ ਜੇ ਇਹਨਾਂ ਨੇ ਭੂੰਡਾਂ ਦੀ ਖੱਖਰ ਨੂੰ ਹੱਥ ਪਾ ਲਿਆ, ਤੇ ਜਿਸ ਤਰੀਕੇ ਨਾਲ ਪਹਿਲਾਂ ਟਕੈਤ ਨੂੰ ਹੱਥ ਪਾਉਣ ਤੋਂ ਬਾਅਦ ਆ ਪੂਰੇ ਦਾ ਪੂਰਾ ਰੀਜਨ ਮੋਬਿਲਾਈਜ਼ ਹੋ ਗਿਆ ਸੀ, ਜੇ ਹੁਣ ਇਸ ਮੋਰਚੇ ਨੂੰ ਇਹਨਾਂ ਨੇ ਕਿਸੇ ਤਰੀਕੇ ਨਾਲ ਜ਼ਬਰਦਸਤੀ ਉੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਕਰੋਨਾ ਦੇ ਨਾਂ 'ਤੇ, ਤਾਂ ਇਹ ਸਮੁੱਚੇ ਦੇਸ਼ ਦੇ ਵਿੱਚ ਅੱਗ ਵਾਂਗੂ ਮੋਰਚਾ ਫੈਲੂਗਾ। ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਕਿਉਂਕਿ ਇਹ ਕੋਈ ਲੜਾਈ ਮੰਗਾਂ ਦੀ ਲੜਾਈ ਨਹੀਂ, ਇਹ ਜੀਵਨ ਦੀ, ਭਵਿੱਖ ਦੀ, ਬਚਾਓ ਦੀ, ਬਚੇ ਰਹਿਣ ਦੀ ਲੜਾਈ ਹੈ। ਤੇ ਉਹ ਜਿਹੜੀ ਲੜਾਈ ਜਦੋਂ ਬੰਦਾ ਲੜਦਾ, ਫਿਰ ਉਹ ਸਿਰ ਧੜ ਦੀ ਬਾਜੀ ਲਾ ਕੇ ਲੜਾਈ ਲੜਦਾ। ਇਹ ਇਹਨਾਂ ਨੂੰ ਭੁਲੇਖਾ ਬਿਲਕੁਲ ਨਹੀਂ ਰਹਿਣਾ ਚਾਹੀਦਾ। ਦੂਸਰੀ ਗੱਲ ਕਿ ਲੋਕ ਬੁੱਧੂ ਆ, ਲੋਕ ਦੇਖਦੇ ਨਹੀਂ ਕਿ ਤੁਸੀਂ ਹਰਿਦੁਆਰ ਦੇ ਵਿੱਚ ਜਿਹੜਾ ਕੁੰਭ ਦਾ ਮੇਲਾ, ਉੱਥੇ ਤੇ 48 ਲੱਖ ਤੋਂ ਜ਼ਿਆਦਾ ਲੋਕ ਉੱਥੇ ਚੁੱਭੀ ਮਾਰ ਗਏ ਆ। ਸਾਰੇ ਉੱਥੇ ਹੁਣ ਸਾਰੇ ਦੇਸ਼ ਦੇ ਵਿੱਚ ਨਾਲੋਂ ਨਾਲ ਮਾਲ ਲੈ ਕੇ ਵੀ ਜਾਣਗੇ ਕਰੋਨਾ ਦਾ, ਜਿੱਥੇ ਜਿੱਥੇ ਜਾਣਗੇ। ਮਾੜੀ ਗੱਲ ਆ ਇਹ। ਤੇ ਹੁਣ ਉੱਥੇ ਫਿਰ ਰੈਲੀਆਂ ਜਿਹੜੀਆਂ ਮੋਦੀ ਜੀ ਖੁਦ ਕਰ ਰਹੇ, ਵੱਡੀਆਂ ਵੱਡੀਆਂ ਸਾਰੀਆਂ ਪਿਕਚਰਾਂ ਸਾਹਮਣੇ ਨਹੀਂ ਆਉਂਦੀਆਂ, ਕਿੰਨਿਆਂ ਨੇ ਮੂੰਹ ਬੱਧਾ, ਕਿੰਨਿਆਂ ਨੇ ਨਹੀਂ ਬੱਧਾ। ਆ ਕੱਲ੍ਹ ਈਵਨ TMC ਦੀ ਲੀਡਰ ਨੇ ਰੋਡ ਸ਼ੋਅ ਕੀਤਾ ਆ ਕਲਕੱਤੇ ਦੇ ਵਿੱਚ, ਪਤਾ ਹੀ ਆ, ਦਿਖਦੇ ਆ ਕਈ ਉਹਦੇ ਵਿੱਚ ਬਿਨਾਂ ਕੋਈ ਮਾਸਕ ਤੋਂ ਹੈਗੇ। ਜਾਣੀ ਜਿੱਥੇ ਆ ਹੁਣ ਹਰਿਆਣੇ 'ਚ ਚੋਣਾਂ ਹੈਗੀਆਂ ਪੰਚਾਇਤ ਦੀਆਂ, ਉੱਥੇ ਦੇਖ ਲਿਓ ਕਿੰਨਿਆਂ ਕਹਿੰਦਾ ਮਾਸਕ, ਚੋਣਾਂ ਕਰਨੀਆਂ ਜ਼ਰੂਰੀ ਸੀ, ਥੋੜ੍ਹਾ ਦਿਨ ਪੋਸਟਪੋਨ ਨਹੀਂ ਹੋ ਸਕਦੀਆਂ। ਯਾਨੀ ਜਿਹੜੇ ਤੇ ਸੱਤਾ ਜੀਵੀ ਆ, ਉਹ ਜਿਹੜਾ ਉਹਨਾਂ ਦੀ ਸੱਤਾ ਦੀ ਫੈਕਟਰੀ ਚੱਲਦੀ ਰਹਿਣੀ ਚਾਹੀਦੀ ਆ, ਉਹਨਾਂ ਨੂੰ ਆਪਣੀਆਂ ਸ਼ਕਤੀ ਲਗਾਤਾਰ ਥੱਲਿਓਂ ਫਲੋ ਉਹਦਾ ਹੁੰਦਾ ਰਹਿਣਾ ਚਾਹੀਦਾ, ਵੋਟਾਂ ਪੈਂਦੀਆਂ ਰਹਿਣੀਆਂ ਚਾਹੀਦੀਆਂ। ਲੋਕ ਭਾਵੇਂ ਭੁੱਖੇ ਮਰ ਜਾਣ, ਤਬਾਹ ਹੋ ਜਾਣ, ਅੱਗਾਂ ਲੱਗ ਜਾਣ, ਕੋਈ ਉਹਨਾਂ ਨੂੰ ਚਿੰਤਾ ਨਹੀਂ ਹੈ, ਵੋਟਾਂ ਪੈਣੀਆਂ ਚਾਹੀਦੀਆਂ, ਉਹ ਉਹਨਾਂ ਲਈ ਜ਼ਰੂਰੀ ਹੈ। ਇਸ ਲਈ ਜੇ ਇਸ ਮੂਵਮੈਂਟ ਨੂੰ ਜਿਹੜੇ ਪ੍ਰਦਰਸ਼ਨ ਜੀਵੀ ਹੈ, ਜੇ ਉਹਨਾਂ ਨੂੰ ਇਹ ਸੱਤਾ ਜੀਵੀ ਖਦੇੜਨ ਦੀ ਕੋਸ਼ਿਸ਼ ਕਰਨਗੇ ਤੇ ਸੋਚ ਕੇ ਹੱਥ ਪਾਉਣ, ਅਸੀਂ ਤੇ ਇਹੋ ਹੀ ਕਹਾਂਗੇ। ਆਖਰ ਦੇ ਵਿੱਚ ਮੇਰਾ ਇੱਕ ਸਵਾਲ ਹੈ, ਸ਼ਾਮ ਤੱਕ ਦੀਪ ਸਿੱਧੂ ਨੇ ਬਾਹਰ ਆ ਜਾਣਾ, ਕੀ ਸੋਚਦੇ ਹੋ ਕਿ ਦੁਬਾਰਾ ਦੀਪ ਸਿੱਧੂ ਖੁਦ ਆਣਗੇ ਸਿੰਘੂ ਬਾਰਡਰ, ਜਾਂ ਸੋਚਣਗੇ ਇਸ ਮੋਰਚੇ ਬਾਰੇ? ਤੁਸੀਂ ਕਾਹਨੂੰ ਇੰਨਾ ਵੱਡਾ ਇਸ ਨੂੰ ਇੱਕ ਮਿਸਟਰੀ ਬਣਾਇਆ? ਕੋਈ ਬੱਬਰ ਸ਼ੇਰ ਥੋੜ੍ਹੀ ਬਾਹਰ ਹੋ ਜਾਣਾ ਕਿ ਲੋਕਾਂ ਨੂੰ ਆਪੋ ਆਪਣੇ ਘਰਾਂ 'ਚ ਦਰਵਾਜ਼ੇ ਮਾਰ ਲੈਣੇ ਚਾਹੀਦੇ। ਦੀਪ ਸਿੱਧੂ ਨੌਜਵਾਨ ਆ, ਚੰਗੀ ਗੱਲ ਹੈ, ਉਹਨਾਂ ਦੇ ਪੈਰੋਕਾਰ ਜਿਹੜੇ ਆ ਉਹ ਨਾਰੇ ਨੂਰੇ ਮਾਰਦੇ, ਉਹਨਾਂ ਨੂੰ ਚੰਗੇ ਤਰੀਕੇ ਨਾਲ ਹਾਰ ਸ਼ਿੰਗਾਰ ਕੇ ਜਿਵੇਂ ਲਿਆਉਣਾ ਚਾਹੀਦਾ ਕੋਈ ਜੇਲੀ ਯੋਧੇ ਨੂੰ, ਤੇ ਲੈ ਆਉਣ। ਉਹਦੇ 'ਚ ਕੀ ਆ? ਮੈਨੂੰ ਤਾਂ ਕੋਈ ਇਹਦੇ 'ਚ ਐਡੀ ਵੱਡੀ ਕਿਉਰਿਓਸਿਟੀ ਨਹੀਂ ਹੈ। ਪਹਿਲਾਂ ਵੀ ਦੀਪ ਸਿੱਧੂ ਇੱਥੇ ਸੀ, ਹੁਣ ਵੀ ਇੱਥੇ ਹੀ ਹੋਊਗਾ, ਤੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਉਹ ਸਿੱਧਾ ਹੀ ਉੱਥੇ ਐਨ ਜੇਲ੍ਹ 'ਚੋਂ ਨਿਕਲਦਿਆਂ ਹੀ ਸਿੰਘੂ ਬਾਰਡਰ ਦੀ ਸਟੇਜ 'ਤੇ ਜਾ ਚੜੂਗਾ। ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਨਾ। ਉਹਨਾਂ ਨੂੰ ਮੇਰਾ ਖਿਆਲ ਇੰਝ ਕਰਨਾ ਹੀ ਚਾਹੀਦਾ ਵਾ। ਬਾਹਰ ਆਉਣਗੇ, ਪਹਿਲਾਂ ਯਾਰਾਂ ਦੋਸਤਾਂ ਨੂੰ ਮਿਲਣ, ਗੱਲਬਾਤ ਕਰਨ, ਇੱਥੇ ਦੇ ਹਾਲਾਤਾਂ ਦੇ ਵਿੱਚ ਰਚਣ ਮਿਚਣ। ਅੰਦਰੋਂ ਜਦੋਂ ਆਏ ਹੈ
ਤਾਂ ਬਹੁਤ ਕੁਝ ਉਹਨਾਂ ਨੇ ਮੰਨ ਕੇ ਆਏ ਆ ਕਿ ਉਹ ਫੋਨ ਆਪਣਾ ਰੱਖਣਗੇ। ਉਹਨਾਂ ਦਾ ਪਾਸਪੋਰਟ ਸਰੈਂਡਰ ਹੋ ਗਿਆ, ਉਹਨਾਂ ਨੇ ਫੋਨ ਖੁੱਲ੍ਹਾ ਰੱਖਣਾ, ਉਹਨਾਂ ਦੀ ਜਿਹੜੀ ਹਮੇਸ਼ਾ ਪਤਾ ਲੱਗੂਗਾ ਕਿ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਰਹੇ। ਇਹ ਵੀ ਉਹਨਾਂ ਨੂੰ ਇੰਸਟਰਕਸ਼ਨ ਹੈਗੀ ਹੈ। ਮੁਚਲਕਾ ਤਾਂ 30,000 ਦਾ ਹੀ ਆ, ਕੋਈ ਖਾਸ ਨਹੀਂ ਹੈਗਾ। ਇਸ ਲਈ ਹੁਣ ਉਹਨਾਂ ਦੇ ਉੱਤੇ ਕਾਫੀ ਪਾਬੰਦੀਆਂ ਵੀ ਹੈ। ਇਹ ਵੀ ਕਹਿ ਕੇ ਆਏ ਕਿ ਮਤਲਬ ਇਸ ਕਿਸਮ ਦਾ ਉਹਨਾਂ ਦਾ ਵਕੀਲ ਤੇ ਕਹਿ ਹੀ ਰਿਹਾ ਸੀ, ਨਹੀਂ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਤਾਂ ਸਿਰਫ ਉੱਥੇ ਖੜੇ ਹੀ ਸੀ, ਸਾਡੀ ਵੱਲੋਂ ਤੇ ਉਹ ਖਾਲਸਾ ਹੀ ਝੰਡਾ ਚਲਾਉਣ ਦੀ ਕੋਈ ਪਲੈਨਿੰਗ ਨਹੀਂ ਸੀ, ਸਾਡੀ ਉਹਦੇ 'ਚ ਕੋਈ ਸ਼ਮੂਲੀਅਤ ਨਹੀਂ, ਉਹ ਤੇ ਲੋਕ ਹੋ ਰਹੀ ਸੀ। ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਡਿਸਓਨ ਕਰਦੇ ਆ ਉੱਥੇ ਤੇ ਬਾਹਰ ਆ ਕੇ ਕਹੋਗੇ ਨਹੀਂ 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 ਜੀ ਹੁਣ ਤੇ ਅਸੀਂ ਫਿਰ ਆਪਣਾ ਪ੍ਰੋਗਰਾਮ ਵੱਡੇ ਪੱਧਰ ਤੇ ਸ਼ੁਰੂ ਕਰਨ ਵਾਲੇ ਆ, ਫਿਰ ਇੱਥੇ ਇਹ ਤੇ ਇੱਕਦਮ ਜਿਹੜੀ ਜਦੋਂ ਇੱਕ ਵਾਰੀ ਹਵਾ ਨਿਕਲਦੀ ਹੈ ਗੱਲ ਦੀ, ਦੁਬਾਰਾ ਹਵਾ ਭਰਨ 'ਚ ਤੇ ਟਾਈਮ ਲੱਗੂਗਾ। ਧੰਨਵਾਦ ਜੀ ਬਹੁਤ ਬਹੁਤ। ਤੇ ਲਗਾਤਾਰ ਦੀਪ ਸਿੱਧੂ ਨੂੰ ਲੈ ਕੇ ਕਾਫੀ ਸਵਾਲ ਜਿਹੜੇ ਨੇ ਉੱਠ ਰਹੇ ਨੇ, ਕਿਉਂਕਿ 26 ਤਰੀਕ ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਕਾਫੀ ਆਰੋਪ ਲੱਗਦੇ ਨੇ, ਗ੍ਰਿਫਤਾਰ ਕੀਤਾ ਜਾਂਦਾ, ਉਸ ਤੋਂ ਬਾਅਦ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਬੇਲ ਮਿਲਦੀ ਹੈ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਦੀਪ ਸਿੱਧੂ ਦੁਬਾਰਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਪਹੁੰਚਦੇ ਨੇ ਜਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਨੂੰ ਐਂਟਰੀ ਦਿੱਤੀ ਜਾਂਦੀ ਹੈ ਜਾਂ ਨਹੀਂ। ਇਹ ਤਾਂ ਟਾਈਮ ਆਉਣ 'ਤੇ ਹੀ ਪਤਾ ਲੱਗਦਾ। ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜੈਵਰਮਾ ਸਾਂਝਾ ਟੀਵੀ ਚੰਡੀਗੜ੍ਹ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।